हाँ जी, ਲਾਈਵ ਟਿਊਬਰ ਪੰਜਾਬੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੇਰਾ ਨਾਮ ਹੈ ਗਗਨਦੀਪ ਕੌਰ। ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਛਲੀਆਂ ਜਿਹੜੀਆਂ ਵੀਡੀਓ ਸੀਗੀਆਂ ਉਹਦੇ ਵਿੱਚ ਮੈਂ ਆਪਣਾ ਹੁਣ ਤੱਕ ਦਾ ਕੈਨੇਡਾ ਦਾ ਜੌਬ ਐਕਸਪੀਰੀਅੰਸ ਸ਼ੇਅਰ ਕੀਤਾ ਸੀਗਾ ਤੇ ਲਾਸਟ ਵੀਡੀਓ ਦੇ ਵਿੱਚ ਮੈਂ ਜਿਹੜੀ ਮੇਰੀ ਫਰਸਟ ਜੌਬ ਸੀਗੀ ਰੈਸਟੋਰੈਂਟ ਤੇ ਉਹਦੇ ਪ੍ਰੋਸ ਤੇ ਕੌਨਸ ਡਿਸਕਸ ਕੀਤੇ ਸੀ। ਅੱਜ ਦੀ ਵੀਡੀਓ 'ਚ ਆਪਾਂ ਫੀਲਡ ਜੌਬ ਬਾਰੇ ਡਿਸਕਸ ਕਰਾਂਗੇ। ਫੀਲਡ ਜੌਬ ਨਾਲ ਪੀਆਰ ਕਿਵੇਂ ਅਪਲਾਈ ਕਰਨੀ ਆ ਤੇ ਕਿਹੜੀਆਂ-ਕਿਹੜੀਆਂ ਕੈਟਾਗਰੀਜ਼ ਨੇ ਉਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਮੈਂ ਡਿਟੇਲ 'ਚ ਡਿਸਕਸ ਕਰੂੰਗੀ। ਇਹਨੂੰ ਚੰਗੀ ਤਰ੍ਹਾਂ ਨਾਲ ਅੰਡਰਸਟੈਂਡ ਕਰਨ ਲਈ ਤੁਹਾਨੂੰ ਐਂਡ ਤੱਕ ਵੀਡੀਓ ਦੇਖਣੀ ਪੈਣੀ ਹੈ ਕਿਉਂਕਿ ਫੀਲਡ ਜੌਬ ਤੋਂ ਬਿਨਾ ਹੋਰ ਵੀ ਆਪਸ਼ਨ ਨੇ ਜਿਨ੍ਹਾਂ ਦੇ ਥਰੂ ਤੁਸੀਂ ਪੀਆਰ ਲੈ ਸਕਦੇ ਹੋ। ਜੇ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਫਰੈਂਡਸ ਤੇ ਫੈਮਿਲੀ ਨਾਲ ਵੀ ਸ਼ੇਅਰ ਕਰਿਓ। ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ। ਫੀਲਡ ਜੌਬ ਕੀ ਆ? ਇਹਨੂੰ ਜੇ ਸਿੱਧੇ terms ਦੇ ਵਿੱਚ ਤੁਸੀਂ ਐਕਸਪਲੇਨ ਕਰਨਾ ਹੋਵੇ ਉਹ ਇਹ ਹੋਊਗਾ ਕਿ ਜਦੋਂ ਤੁਸੀਂ ਸਟੱਡੀ ਵੀਜ਼ੇ ਤੇ ਕੈਨੇਡਾ ਦੇ ਵਿੱਚ ਆਉਂਦੇ ਹੋ, ਤੁਸੀਂ ਕੋਈ ਕੋਰਸ ਲੈਂਦੇ ਹੋ, ਸਾਲ ਦਾ ਹੋ ਗਿਆ ਜਾਂ 2 ਸਾਲ ਦਾ ਹੋ ਗਿਆ, ਜਿਹੜਾ ਵੀ ਕੋਰਸ ਤੁਸੀਂ ਲਿਆ ਉਹਦੇ ਬੇਸ ਤੇ ਤੁਹਾਨੂੰ ਵਰਕ ਪਰਮਿਟ ਮਿਲਦਾ। ਵਰਕ ਪਰਮਿਟ ਤੇ ਜਿਹੜਾ ਤੁਸੀਂ ਕੰਮ ਕਰਦੇ ਹੋ, ਜਿਹੜੀ ਤੁਹਾਡਾ ਜੌਬ ਆ ਉਹ ਜੇ ਤੁਹਾਡੀ ਜਿਹੜੀ ਸਟੱਡੀ ਆ ਉਹਦੇ ਨਾਲ ਰਿਲੇਟਡ ਆ ਉਹ ਤੁਹਾਡੀ ਫੀਲਡ ਜੌਬ ਹੋਗੀ। ਫੋਰ ਐਗਜ਼ਾਮਪਲ ਜਿਵੇਂ ਮੈਂ ਜਦੋਂ ਸਟੱਡੀ ਵੀਜ਼ੇ ਤੇ ਆਈ ਸੀਗੀ ਮੈਂ ਸੈਂਟੀਨੀਅਲ ਕਾਲਜ ਦੇ ਵਿੱਚ ਬਾਇਓਟੈਕਨੋਲੋਜੀ ਤੇ ਇੰਡਸਟਰੀਅਲ ਮਾਈਕਰੋਬਾਇਓਲੋਜੀ ਦਾ ਕੋਰਸ ਲੈ ਕੇ ਆਈ ਸੀ। ਉਹ ਤੋਂ ਬਾਅਦ ਜਿਹੜੀ ਮੈਂ ਜੌਬ ਕੀਤੀ ਸੀ ਉਹ ਮਾਈਕਰੋਬਾਇਓਲੋਜੀ ਲੈਬ ਦੇ ਵਿੱਚ ਸੀਗੀ। ਡਿਫਰੈਂਟ ਕਰਨ ਦੀਆਂ ਹੋਰ ਲੈਬਸ ਦੇ ਵਿੱਚ ਵੀ ਕਰ ਸਕਦੇ ਸੀਗੇ, ਜਿਵੇਂ ਉਹਦੀਆਂ ਆਪਸ਼ਨਸ ਹੋ ਗਈਆਂ ਐਜ਼ ਅ ਮਾਈਕਰੋਬਾਇਓਲੋਜੀ ਲੈਬ ਐਨਾਲਿਸਟ ਕਰ ਸਕਦੀ ਸੀ ਮੈਂ, ਜਾਂ ਕੁਆਲਿਟੀ ਇੰਸ਼ੋਰੈਂਸ ਵਾਲੀ ਜੌਬ ਦੇ ਵਿੱਚ ਵੀ ਕਰ ਸਕਦੀ ਸੀ। ਉਹ ਸਾਰੀਆਂ ਉਹਦੀਆਂ ਫੀਲਡ ਜੌਬਸ ਹੋ ਗਈਆਂ। ਤਾਂ ਫੀਲਡ ਜੌਬ ਦਾ ਸਿੱਧਾ ਜਿਹਾ ਮਤਲਬ ਕੀ ਨਿਕਲਿਆ ਕਿ ਜਿਹੜੇ ਵੀ ਤੁਸੀਂ ਸਟੱਡੀ ਕਰਦੇ ਹੋ ਜੇ ਉਹਦੇ ਨਾਲ ਰਿਲੇਟਡ ਤੁਸੀਂ ਜਿਹੜੀ ਇਹ ਜੌਬ ਕਰਦੇ ਹੋ ਉਹ ਤੁਹਾਡੀ ਫੀਲਡ ਜੌਬ ਹੋ ਗਈ। ਜਿਹੜੀ ਤੁਹਾਡੀ ਫੀਲਡ ਜੌਬ ਆ ਉਹ ਐਨਓਸੀ ਕੈਟਾਗਰੀ ਬੀ ਦੇ ਵਿੱਚ ਆਉਂਦੀ ਆ। ਤਾਂ ਹੁਣ ਇਹ ਐਨਓਸੀ ਕੈਟਾਗਰੀਜ਼ ਕੀ ਨੇ? ਕੈਨੇਡਾ ਦੀ ਜਿਹੜੀ ਗਵਰਨਮੈਂਟ ਆ ਉਹਨੇ ਸਾਰੀਆਂ ਜਿਹੜੀਆਂ ਜੌਬਸ ਨੇ ਉਹਨਾਂ ਨੂੰ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਰੱਖਿਆ ਹੋਇਆ। ਐਨਓਸੀ ਕੀ ਆ? ਨੈਸ਼ਨਲ ਆਕੂਪੇਸ਼ਨਲ ਕਲਾਸੀਫਿਕੇਸ਼ਨ। ਇਹਦੇ ਵਿੱਚ ਡਿਫਰੈਂਟ ਕੈਟਾਗਰੀਜ਼ ਨੇ, ਉਹਨਾਂ ਦੇ ਵਿੱਚੋਂ ਸਿਰਫ 3 ਜਿਹੜੀਆਂ ਕੈਟਾਗਰੀਜ਼ ਨੇ ਉਹਨਾਂ ਦੇ ਅੰਡਰ ਹੀ ਤੁਸੀਂ ਪੀਆਰ ਅਪਲਾਈ ਕਰ ਸਕਦੇ ਹੋ। ਉਹੀ 3 ਕੈਟਾਗਰੀਜ਼ ਨੇ ਜਿਹੜੀਆਂ ਪੀਆਰ ਐਪਲੀਕੇਸ਼ਨ ਲਈ ਕੁਆਲੀਫਾਈ ਕਰਦੀਆਂ ਨੇ। ਪਹਿਲੀ ਹੋ ਗਈ ਐਨਓਸੀ 0, ਉਹਦੇ 'ਚ ਆ ਗਈਆਂ ਆਪਣੀਆਂ ਮੈਨੇਜਰੀਅਲ ਜੌਬਸ, ਜਿਹੜੇ ਵੀ ਮੈਨੇਜਰ ਜਿਨ੍ਹਾਂ ਨੂੰ ਜੌਬ ਮਿਲਦੀ ਆ। ਦੂਜੀ ਆ ਗਈ ਜਿਹੜੀ ਐਨਓਸੀ ਏ ਕੈਟਾਗਰੀ ਆ, ਉਹਦੇ ਵਿੱਚ ਆ ਗਈ ਪ੍ਰੋਫੈਸ਼ਨਲ ਸਕਿਲਡ, ਉਹਦੇ ਵਿੱਚ ਹੋ ਗਏ ਜਿਵੇਂ ਡਾਕਟਰਸ ਇੰਜੀਨੀਅਰਸ, ਉਹ ਹੋ ਗਏ। ਐਨਓਸੀ ਕੈਟਾਗਰੀ ਬੀ ਆ ਜਿਹੜੀ ਉਹਦੇ ਵਿੱਚ ਆਉਂਦੀਆਂ ਨੇ ਜਿਵੇਂ ਵਿੱਚ ਟੈਕਨੀਕਲ ਜਿਹੜੀਆਂ ਸਕਿੱਲ ਬੇਸਡ ਜੌਬਸ ਨੇ ਉਹ ਆ ਜਾਂਦੀਆਂ ਨੇ। ਮੇਰੀ ਜਿਹੜੀ ਬਾਇਓਟੈਕ ਵਾਲੀ ਜੌਬ ਆ ਉਹ ਵੀ ਐਨਓਸੀ ਕੈਟਾਗਰੀ ਬੀ ਦੇ ਅੰਡਰ ਹੀ ਆਉਂਦੀ ਸੀ ਜਿਹਦੇ ਅੰਡਰ ਮੈਂ ਪੀਆਰ ਅਪਲਾਈ ਕੀਤੀ ਆ। ਹੁਣ ਜਿਹੜੀ ਇਹ ਕੈਟਾਗਰੀਜ਼ ਨੇ ਉਹਦੇ ਅੰਡਰ ਵੀ ਹਰੇਕ ਜਿਹੜੀ ਜੌਬ ਆ ਉਹਨੂੰ ਨੰਬਰ ਦਿੱਤੇ ਹੁੰਦੇ ਨੇ, ਅਲੱਗ-ਅਲੱਗ ਨੰਬਰ ਹੁੰਦੇ ਆ ਹਰੇਕ ਜੌਬ ਦੇ। ਤੇ ਜਦੋਂ ਤੁਸੀਂ ਆਪਣੀ ਫਾਈਲ ਐਕਸਪ੍ਰੈਸ ਐਂਟਰੀ ਤੇ ਬਣਾਉਂਦੇ ਹੋ ਤੁਸੀਂ ਉਹ ਨੰਬਰ ਸਿਲੈਕਟ ਕਰਦੇ ਹੋ ਵੀ ਤੁਸੀਂ ਉਹ ਵਾਲੀ ਕੈਟਾਗਰੀ ਦੇ ਵਿੱਚ ਆਉਂਦੇ ਹੋ। ਇਹ ਤਾਂ ਜੀ ਹੋ ਗਈ ਡਿਫਰੈਂਟ ਕੈਟਾਗਰਾਈਜੇਸ਼ਨ। ਹੁਣ ਸਭ ਤੋਂ ਈਜ਼ੀਐਸਟ ਵੇ ਕੀ ਆ ਫੀਲਡ ਜੌਬ ਲੈਣ ਦਾ, ਜਾਂ ਸਭ ਤੋਂ ਈਜ਼ੀਐਸਟ ਵੇ ਪੀਆਰ ਲੈਣ ਦਾ ਕੀ ਹੋ ਗਿਆ ਕਿ ਜਦੋਂ ਤੁਸੀਂ ਸਟੱਡੀ ਵੀਜ਼ੇ ਤੋਂ ਆਉਂਦੇ ਹੋ ਤਾਂ ਤੁਸੀਂ ਜਿਹੜਾ ਕੋਆਪ ਕੋਰਸ ਲੈ ਕੇ ਆਓ, ਜਾਂ ਇੱਥੇ ਆ ਕੇ ਵੀ ਤੁਸੀਂ ਚੇਂਜ ਕਰਾ ਸਕਦੇ ਹੋ, ਉਹਦੇ 'ਚ ਕੋਈ ਇਸ਼ੂ ਨਹੀਂ ਹੈਗਾ। ਕੋਆਪ ਪ੍ਰੋਗਰਾਮ ਨਾਲ ਕੀ ਹੁੰਦਾ, ਜਿਹੜਾ ਕਿ ਮੇਰਾ ਸੀਗਾ, ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਕਾਲਜ ਆ ਜਾਂ ਜੇ ਤੁਸੀਂ ਆਪ ਖੁਦ ਐਫਰਟ ਕਰਦੇ ਹੋ ਤਾਂ ਤੁਹਾਨੂੰ ਜਿਹੜੀ ਫੀਲਡ ਜੌਬ ਆ ਉਹਦੇ 'ਚ ਤੁਹਾਡੀ ਕੋਆਪ ਪਲੇਸਮੈਂਟ ਹੋ ਜਾਂਦੀ ਆ। ਜੋ ਤੁਹਾਡੀ ਕੋਆਪ ਪਲੇਸਮੈਂਟ ਹੁੰਦੀ ਆ ਤੁਹਾਨੂੰ ਉਹ ਜੌਬ ਦਾ ਐਕਸਪੀਰੀਅੰਸ ਮਿਲ ਜਾਂਦਾ ਤੇ ਮੋਸਟ ਪ੍ਰੋਬਬਲੀ ਜਿੱਥੇ ਵੀ ਤੁਹਾਡੀ ਪਲੇਸਮੈਂਟ ਹੋਈ ਹੁੰਦੀ ਆ ਉੱਥੇ ਤੁਹਾਡੀ ਹਾਇਰਿੰਗ ਹੋ ਜਾਂਦੀ ਆ। ਉਹਦੇ ਨਾਲ ਜਿਹੜੀ ਤੁਹਾਡੀ ਜੌਬ ਹੰਟਿੰਗ ਆ ਉਹ ਬਹੁਤ ਜ਼ਿਆਦਾ ਈਜ਼ੀ ਹੋ ਜਾਂਦੀ ਆ। ਤੇ ਈਵਨ ਕਿ ਜੇ ਤੁਹਾਡੀ ਸੇਮ ਜਗ੍ਹਾ ਤੇ ਪਲੇਸਮੈਂਟ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਆਲਰੇਡੀ ਜਿਹੜੀ ਫੀਲਡ ਜੌਬ ਆ ਉਹਦਾ ਫਸਟ ਹੈਂਡ ਐਕਸਪੀਰੀਅੰਸ ਹੈਗਾ, ਤੁਹਾਨੂੰ ਜਿਹੜੀ ਜੌਬ ਆ ਉਹ ਲੱਭਣੀ ਬਹੁਤ ਈਜ਼ੀ ਹੋ ਜਾਂਦੀ ਆ। ਤੇ ਵਾਂਸ ਤੁਹਾਨੂੰ ਆਪਦੀ ਫੀਲਡ ਜੌਬ ਜਿਹੜੀ ਲੱਭ ਗਈ ਆ ਤੁਹਾਨੂੰ ਉਹਤੇ ਐਕਸਪੀਰੀਅੰਸ ਇਕੱਠਾ ਕਰਕੇ ਪੀਆਰ ਲਾਉਣ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੋਊਗੀ। ਇਹ ਤਾਂ ਹੋ ਗਿਆ ਇੱਕ ਰੂਟ ਆ ਜਿਹੜਾ ਜਾਣ ਦਾ। ਉਹ ਹੋ ਗਿਆ ਕਿ ਤੁਸੀਂ ਸਟੱਡੀ ਵੀਜ਼ੇ ਤੇ ਆਏ, ਆਪਦਾ ਕੋਰਸ ਲਿਆ, ਸੇਮ ਕੋਰਸ ਦੇ ਵਿੱਚ ਤੁਸੀਂ ਆਪਦੀ ਜਿਹੜੀ ਜੌਬ ਆ ਉਹ ਕੀਤੀ, ਐਕਸਪੀਰੀਅੰਸ ਇਕੱਠਾ ਕੀਤਾ ਤੇ ਪੀਆਰ ਲਾਈ। ਉਹ ਤੋਂ ਬਾਅਦ ਅਦਰ ਐਸਪੈਕਟਸ ਵੀ ਹੈਗੇ ਆ ਇਹਦੇ, ਜਿਵੇਂ ਕਿ ਜੇ ਤੁਸੀਂ ਬੈਚਲਰਸ ਕਰਕੇ ਆਏ ਹੋ ਤਾਂ ਤੁਹਾਡੇ ਲਈ ਜਿਹੜੀ ਪੀਆਰ ਦੀਆਂ ਆਪਸ਼ਨਸ ਨੇ ਕਾਫੀ ਓਪਨ ਹੋ ਜਾਂਦੀਆਂ ਨੇ। ਫੋਰ ਐਗਜ਼ਾਮਪਲ ਜਿਹੜੇ ਮੇਰੇ ਕਲਾਸ ਦੇ ਮੇਰੇ ਨਾਲ ਕਾਫੀ ਜਿਹੜੇ ਹੋਰ ਸਟੂਡੈਂਟ ਸੀਗੇ ਉਹਨਾਂ ਨੇ ਫੀਲਡ ਜੌਬ ਦੇ ਵਿੱਚ ਪੀਆਰ ਨਹੀਂ ਲਾਈ। ਉਹਨਾਂ ਨੇ ਕੀ ਕੀਤਾ, ਕਿਉਂਕਿ ਮੋਸਟ ਜਿਹੜੇ ਮੇਰੀ ਕਲਾਸ 'ਚ ਸਟੂਡੈਂਟ ਸੀਗੇ ਉਹ ਬੈਚਲਰਸ ਆਫ ਫਾਰਮੇਸੀ 'ਚ ਸੀਗੇ, ਉਹਨਾਂ ਨੇ ਕੀ ਕੀਤਾ ਆਪਦੇ ਜਿਹੜਾ ਫਾਰਮੇਸੀ ਦੇ ਐਗਜ਼ਾਮ ਨੇ ਉਹ ਕਲੀਅਰ ਕਰਕੇ
ਫਾਰਮੇਸੀ 'ਚ ਐਕਸਪੀਰੀਅੰਸ ਇਕੱਠਾ ਕਰਕੇ ਉਹਦੇ 'ਚ ਲਾਈ, ਕਿਉਂਕਿ ਐਜ਼ ਅ ਜਿਹੜਾ ਫਾਰਮਾਸਿਸਟ ਆ ਤੁਹਾਡੀ ਜਿਹੜੇ ਪੁਆਇੰਟਸ ਨੇ ਉਹ ਕਾਫੀ ਜ਼ਿਆਦਾ ਹੋ ਜਾਂਦੇ ਆ ਤੇ ਉਹਦੇ ਨਾਲ ਵੀ ਤੁਹਾਨੂੰ ਈਜ਼ੀਲੀ ਜਿਹੜੀ ਜੌਬ ਆ ਉਹ ਮਿਲ ਜਾਂਦੀ ਆ। ਈਵਨ ਦੋ ਕਿ ਉਹ ਇੱਥੇ ਦੀ ਕੈਟੇਗਰੀ ਦੇ ਹਿਸਾਬ ਨਾਲ ਤੁਹਾਡੀ ਫੀਲਡ ਜੌਬ 'ਚ ਨਹੀਂ ਆਈ, ਪਰ ਤੁਸੀਂ ਉਹ ਐਗਜ਼ਾਮ ਲੈ ਕੇ ਐਜ਼ ਅ ਲਾਇਸੈਂਸਡ ਪ੍ਰੋਫੈਸ਼ਨਲ ਤੁਸੀਂ ਪੀਆਰ ਲਾਉਂਦੇ ਹੋ, ਉਹਦੇ ਨਾਲ ਵੀ ਤੁਹਾਡੇ ਪੁਆਇੰਟ ਬਣ ਜਾਂਦੇ ਆ। ਹੋਰ ਪੁਆਇੰਟ ਜਿਹੜੇ ਐਡੀਸ਼ਨਲ ਪੁਆਇੰਟ ਨੇ ਜਿਹੜੇ ਪੀਆਰ ਲਈ ਇਕੱਠੇ ਕਰਦੇ ਆ, ਹੋਰ ਉਹ ਕਿਹਦੇ ਨਾਲ ਬਣਦੇ ਆ। ਜੇ ਤੁਹਾਡਾ ਕੋਈ ਵੀ ਬਲੱਡ ਰਿਲੇਸ਼ਨ ਆ ਉਹਦੇ ਨਾਲ ਤੁਹਾਨੂੰ ਐਡੀਸ਼ਨਲ ਪੁਆਇੰਟਸ ਮਿਲਦੇ ਆ। ਜਿੰਨੇ ਤੁਹਾਡੇ ਹਾਈਐਸਟ ਜ਼ਿਆਦਾ ਆਇਲਸ ਦੇ ਬੈਂਡ ਹੁੰਦੇ ਆ ਉਹਦੇ ਨਾਲ ਤੁਹਾਨੂੰ ਐਡੀਸ਼ਨਲ ਪੁਆਇੰਟਸ ਮਿਲਦੇ ਆ। ਜੇ ਫ੍ਰੈਂਚ ਲੈਂਗੁਏਜ 'ਚ ਥੋੜੀ ਕੋਈ ਵੀ ਪ੍ਰੋਫੀਸ਼ੀਐਂਸੀ ਆ ਉਹਦੇ ਨਾਲ ਤੁਹਾਨੂੰ ਐਡੀਸ਼ਨਲ ਪੁਆਇੰਟ ਮਿਲਦੇ ਆ। ਉਹ ਤੋਂ ਇਲਾਵਾ ਤੁਹਾਨੂੰ ਐਡੀਸ਼ਨਲ ਪੁਆਇੰਟ ਮਿਲਦੇ ਆ ਜੇ ਤੁਸੀਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਥਰੂ ਤੁਹਾਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਮਿਲੀ ਹੋਈ ਆ। ਹੁਣ ਇਹ ਜਿਹੜੀ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਆ ਇਹ ਹਰੇਕ ਪ੍ਰੋਵਿੰਸ ਜਿਹੜਾ ਕੈਨੇਡਾ ਦੇ ਵਿੱਚ ਆ ਉਹਨਾਂ ਦੀ ਡਿਫਰੈਂਟ ਰਿਕੁਆਇਰਮੈਂਟਸ ਨੇ। ਰਾਈਟ ਨਾਓ ਜਿਵੇਂ ਹੁਣ ਮੈਂ ਬ੍ਰਿਟਿਸ਼ ਕੋਲੰਬੀਆ 'ਚ ਰਹਿ ਰਹੀ ਹਾਂ, ਇਹਨਾਂ ਨੇ ਰੀਸੈਂਟਲੀ ਕਾਫੀ ਕੈਟੇਗਰੀਜ਼ ਨੇ ਜਿਹੜੀਆਂ ਜੌਬ ਦੀਆਂ ਉਹ ਨੋਮੀਨੇਸ਼ਨਸ ਦੇ ਵਿੱਚੋਂ ਕੱਢਤੀਆਂ, ਕਿਉਂਕਿ ਤੁਸੀਂ ਆਪ ਦੇਖੋ ਉਹ ਕਿਉਂ ਨੋਮੀਨੇਟ ਕਰਨਗੇ, ਜਿਹੜੀ ਚੀਜ਼ ਦੀ ਡਿਮਾਂਡ ਆ ਉਹੀ ਚੀਜ਼ ਨੂੰ ਉਹ ਨੋਮੀਨੇਟਿੰਗ ਵਾਲੀਆਂ ਜੌਬ 'ਚ ਰੱਖਦੇ ਨੇ। ਜਿਵੇਂ ਹੁਣ ਜਦ ਦਾ ਕੋਵਿਡ ਸ਼ੁਰੂ ਹੋਇਆ ਜਿਹੜੇ ਫੂਡ ਵਾਲੇ ਪਲੇਸਿਸ ਨੇ ਜਾਂ ਜਿਵੇਂ ਰੈਸਟੋਰੈਂਟਸ ਵਗੈਰਾ ਨੇ, ਉੱਥੇ ਜਿਹੜਾ ਇੱਕਦਮ ਜਦੋਂ ਕੋਵਿਡ ਸ਼ੁਰੂ ਹੋਇਆ ਤਾਂ ਉੱਥੇ ਜਿਹੜੀ ਡਿਮਾਂਡ ਆ ਜੌਬਸ ਦੀ ਬਹੁਤ ਘੱਟ ਗਈ, ਤਾਂ ਕਿ ਜਿਹੜੀਆਂ ਫੂਡ ਵਾਲੀਆਂ ਜੌਬ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਨੋਮੀਨੇਸ਼ਨ ਦੀ ਕੈਟੇਗਰੀ ਦੇ ਵਿੱਚੋਂ ਰਿਮੂਵ ਕਰਤਾ ਸੀਗਾ, ਕਿਉਂਕਿ ਉਹਦੀ ਡਿਮਾਂਡ ਨਹੀਂ ਰਹੀ ਸੀ। ਉਵੇਂ ਹੀ ਤੁਸੀਂ ਆਪਦਾ ਇਹ ਸੋਚ ਕੇ ਚੱਲਣਾ ਕਿ ਜਿਹੜੀ ਚੀਜ਼ ਦੀ ਡਿਮਾਂਡ ਆ ਤੁਸੀਂ ਉਹਦੇ ਹਿਸਾਬ ਨਾਲ ਹੀ ਪਹਿਲਾਂ ਤੋਂ ਹੀ ਕੋਰਸ ਲੈ ਕੇ ਆਓ, ਤੇ ਜਦੋਂ ਤੁਸੀਂ ਜੌਬ ਕਰਨੀ ਆ ਈਜ਼ੀਐਸਟ ਵੇ ਆਪਦੀ ਫੀਲਡ ਜੌਬ ਲੈਣ ਦਾ ਜੇ ਤੁਸੀਂ ਕੋਆਪ ਵਾਲਾ ਕੋਰਸ ਲੈਣੇ ਆ, ਕਿਉਂਕਿ ਇੱਕ ਵਾਰ ਤੁਹਾਡਾ ਤੁਹਾਡਾ ਉਹ ਫੀਲਡ ਜੌਬ ਦੇ ਅੰਦਰ ਗਿਆ ਐਕਸਪੀਰੀਅੰਸ ਦੇ ਵਿੱਚ ਤੁਹਾਨੂੰ ਜੌਬ ਲੱਭਣੀ ਬਹੁਤ ਜ਼ਿਆਦਾ ਈਜ਼ੀ ਹੋ ਜਾਂਦੀ ਆ। ਇੱਕ ਵਾਰ ਇੱਕ ਜਗ੍ਹਾ ਤੇ ਕੰਮ ਕਰਦੇ ਆ ਤਾਂ ਤੁਹਾਡੇ ਰੈਫਰੈਂਸ ਬਣ ਜਾਂਦੇ ਆ। ਜਿਹੜੀ ਪ੍ਰੋਫੈਸ਼ਨਲ ਜੌਬ ਆ ਤੁਸੀਂ ਕੈਨੇਡਾ ਦੇ ਵਿੱਚ ਕਰਨੀ ਆ ਉਹਦੇ ਵਿੱਚ ਰੈਫਰੈਂਸ ਬਹੁਤ ਜ਼ਿਆਦਾ ਕੰਮ ਆਉਂਦੇ ਆ। ਇੰਡੀਆ 'ਚ ਆਪਾਂ ਕਹਿ ਦਿੰਦੇ ਆ ਜਾਣ ਪਛਾਣਾ, ਉਵੇਂ ਇੱਥੇ ਜਿਹੜੇ ਰੈਫਰੈਂਸ ਨੇ ਉਹ ਤੁਹਾਡੇ ਬਹੁਤ ਕੰਮ ਆਉਂਦੇ ਆ। ਤੁਸੀਂ ਕਿਸੇ ਵੀ ਜੌਬ ਦੇ ਲਈ ਅਪਲਾਈ ਕਰਨਾ ਤਾਂ ਤੁਹਾਨੂੰ ਉਹ ਰੈਫਰੈਂਸ ਮੰਗਦੇ ਆ ਕਿ ਹਾਂ ਤੁਸੀਂ ਰੈਫਰੈਂਸ ਦਿਓ ਕਿ ਤੁਸੀਂ ਕਿਤੇ ਕੰਮ ਕੀਤਾ, ਤਾਂ ਉਹ ਬੰਦੇ ਤੋਂ ਪੁੱਛ ਸਕਣ ਕਿ ਇਹ ਬੰਦਾ ਕੰਮ ਕਰਦਾ ਕਿਵੇਂ ਆ। ਤਾਂ ਉਹ ਚੀਜ਼ ਜਿਹੜੀ ਆ ਉਹ ਬਹੁਤ ਕੰਮ ਆਉਂਦੀ ਆ। ਉਹ ਤੁਹਾਨੂੰ ਕਦੋਂ ਮਿਲ ਸਕਣਗੇ ਰੈਫਰੈਂਸ, ਜੇ ਤੁਸੀਂ ਕਿਤੇ ਕੰਮ ਕੀਤਾ ਹੋਊਗਾ। ਜੇ ਤੁਸੀਂ ਫੀਲਡ ਜੌਬ 'ਚ ਕੰਮ ਕੀਤਾ ਤੁਹਾਡੇ ਰੈਫਰੈਂਸ ਹੋਰ ਵੀ ਜ਼ਿਆਦਾ ਵਧੀਆ ਹੋਣਗੇ, ਉਹਦਾ ਜਿਹੜਾ ਪ੍ਰਭਾਵ ਆ ਉਹ ਹੋਰ ਵੀ ਜ਼ਿਆਦਾ ਵਧੀਆ ਪਊਗਾ। ਜਿਹੜਾ ਜੌਬ ਐਕਸਪੀਰੀਅੰਸ ਤੁਸੀਂ ਇਕੱਠਾ ਕਰਨਾ ਇਹ ਦੋ ਤਰ੍ਹਾਂ ਦਾ। ਜੇ ਤੁਸੀਂ ਫੋਰਨ ਸਕਿਲਡ ਵਰਕਰ ਦੇ ਅੰਡਰ ਫਾਈਲ ਲਾਉਣੀ ਆ ਆਪਦੀ, ਤਾਂ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਲਾਸਟ 10 ਇਅਰਸ ਦੇ ਵਿੱਚ ਜਿਹੜਾ ਤੁਸੀਂ ਇਕੱਠਾ ਕੀਤਾ ਉਹ ਕਾਊਂਟ ਹੋਊਗਾ। ਤੇ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਸੇਮ ਕੈਟੇਗਰੀ ਦੀ ਜਿਹੜੀ ਜੌਬ ਆ ਜਿਹਦੇ ਅੰਡਰ ਤੁਸੀਂ ਸਕਿਲਡ ਕੈਟੇਗਰੀ ਪੀਆਰ ਫਾਈਲ ਲਾ ਰਹੇ ਹੋ ਉਸੇ ਦਾ ਹੀ ਹੋਊਗਾ। ਜੇ ਤੁਸੀਂ ਮਲਟੀਪਲ ਅਦਰ ਕੈਟੇਗਰੀਜ਼ ਦੇ ਵਿੱਚ ਜੌਬ ਕੀਤੀ ਆ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਇਸ ਦੇ ਲਈ ਕਾਊਂਟ ਨਹੀਂ ਹੋਣਾ। ਪਰ ਜੇ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਫਾਈਲ ਲਾ ਰਹੇ ਹੋ ਤਾਂ ਤੁਹਾਡਾ ਜਿਹੜਾ ਐਕਸਪੀਰੀਅੰਸ ਆ ਉਹ ਲਾਸਟ 3 ਇਅਰਸ ਦੇ ਵਿੱਚ ਜਿਹੜੀ ਤੁਸੀਂ ਉਹ ਐਕਸਪੀਰੀਅੰਸ ਦੀ ਉਹ ਕੈਟੇਗਰੀ ਦੀ ਜੌਬ ਕੀਤੀ ਆ ਤਾਂ ਤੁਹਾਡਾ ਲਾਸਟ 3 ਇਅਰਸ ਦੇ ਵਿੱਚ ਜਿਹੜਾ ਐਕਸਪੀਰੀਅੰਸ ਆ ਉਹ ਵਾਲਾ ਕਾਊਂਟ ਹੋਗਾ। ਨੋ ਮੈਟਰ ਇਟਸ ਫੁੱਲ ਟਾਈਮ, ਨੋ ਮੈਟਰ ਇਟਸ ਪਾਰਟ ਟਾਈਮ, ਉਹ ਉਸ ਤਰੀਕੇ ਨਾਲ ਕਾਊਂਟ ਹੁੰਦਾ। ਹੁਣ ਜਿਹੜੇ ਆਵਰਸ ਤੁਸੀਂ ਇਕੱਠੇ ਕਰਨੇ ਆ ਆਪਦੇ ਵਰਕ ਐਕਸਪੀਰੀਅੰਸ ਦੇ ਉਹ ਤੁਹਾਡੇ 1 ਸਾਲ ਦੇ 1560 ਆਵਰ ਹੋਣੇ ਚਾਹੀਦੇ ਨੇ। 1 ਸਾਲ ਦਾ ਐਕਸਪੀਰੀਅੰਸ ਜਿਹੜਾ ਉਹਨੂੰ ਕੰਸੀਡਰ ਕਰਨ ਦੇ ਲਈ। ਹੁਣ ਇਹਦੇ 'ਚ ਇਹ ਨਹੀਂ ਹੈਗਾ ਕਿ ਤੁਸੀਂ ਫੁੱਲ ਟਾਈਮ ਆਵਰਸ ਜਿਹੜੇ ਨੇ ਉਹਦੇ ਨਾਲ ਹੀ ਐਕਸਪੀਰੀਅੰਸ ਇਕੱਠਾ ਕਰ ਸਕਦੇ ਹੋ। ਜਿਹੜੇ ਫੁੱਲ ਟਾਈਮ ਆਵਰਸ ਨੇ ਉਹਦੇ ਵਿੱਚ 30 ਆਵਰਸ ਪਰ ਵੀਕ ਦੇ ਉਹਨਾਂ ਨੇ ਕੰਸੀਡਰ ਕਰਨੇ ਆ। ਉਹਨੂੰ ਤੁਸੀਂ ਜਿਹੜੇ ਫੁੱਲ ਈਅਰ ਦਾ ਲਾ ਕੇ ਦੇਖੋ ਤਾਂ ਉਹ 1560 ਘੰਟੇ ਬਣਦੇ ਆ 1 ਸਾਲ ਦੇ ਐਕਸਪੀਰੀਅੰਸ ਦੇ। ਜੇ ਤੁਸੀਂ ਕਿਤੇ ਪਾਰਟ ਟਾਈਮ ਜੌਬ ਕਰਦੇ ਹੋ ਤਾਂ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਉਹਦਾ ਐਕਸਪੀਰੀਅੰਸ ਜਿਹੜਾ ਉਹ ਵੀ ਤੁਹਾਡੀ ਪੀਆਰ ਦੇ ਲਈ ਕਾਊਂਟ ਹੋਊਗਾ। ਪਾਰਟ ਟਾਈਮ ਐਕਸਪੀਰੀਅੰਸ ਦੇ 15 ਘੰਟੇ ਪਰ ਵੀਕ ਦੇ ਕਾਊਂਟ ਹੁੰਦੇ ਆ, ਤਾਂ ਉਹਦੇ 'ਚ ਇਹ ਹੋਊਗਾ ਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਆ ਉਹ ਜ਼ਿਆਦਾ ਟਾਈਮ ਦੇ ਵਿੱਚ ਇਕੱਠਾ ਹੋਊਗਾ। ਜਿਵੇਂ ਕਿ 15 ਘੰਟੇ 1 ਵੀਕ ਦੇ ਲਾ ਲਓ ਤੁਸੀਂ, ਤਾਂ ਤੁਹਾਡਾ 2 ਸਾਲ ਦੇ ਵਿੱਚ 1560 ਘੰਟੇ ਬਣ ਗਏ, ਜਿਹੜਾ ਕਿ ਟੋਟਲ 1 ਸਾਲ ਦਾ ਐਕਸਪੀਰੀਅੰਸ ਕਾਊਂਟ ਹੋਊਗਾ ਜਦੋਂ ਤੁਸੀਂ ਫਾਈਲ ਲਾਓਗੇ ਆਪਣੀ। ਜਦੋਂ ਤੁਸੀਂ ਐਜ਼ ਅ ਸਟੂਡੈਂਟ ਸਟੱਡੀ ਕਰਨ ਦੇ ਨਾਲ ਕੰਮ ਵੀ ਕਰਦੇ ਹੋ ਉਹਦਾ ਜਿਹੜਾ ਐਕਸਪੀਰੀਅੰਸ ਕਾਊਂਟ ਹੋਣ ਦੀਆਂ ਡਿਫਰੈਂਟ ਰਿਕੁਆਇਰਮੈਂਟਸ ਨੇ। ਜੇ ਤੁਸੀਂ ਫੁੱਲ ਟਾਈਮ ਸਟੱਡੀ ਕਰ ਰਹੇ ਹੋ ਤਾਂ ਉਹ ਟਾਈਮ ਤੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਦਾ ਵਰਕ ਐਕਸਪੀਰੀਅੰਸ ਕੋਈ ਕਾਊਂਟ ਨਹੀਂ ਹੋਣਾ। ਜੇ ਤੁਸੀਂ ਪਾਰਟ ਟਾਈਮ ਸਟੱਡੀ ਕਰ ਰਹੇ ਹੋ ਉਹਦੇ ਨਾਲ ਤੁਸੀਂ ਆਪਦੀ ਜਿਹੜੀ ਜੌਬ ਆ ਉਹ ਕਰ ਰਹੇ ਹੋ, ਉਹਦਾ ਜਿਹੜਾ ਐਕਸਪੀਰੀਅੰਸ ਆ ਉਹ ਕਾਊਂਟ ਹੋ ਸਕਦਾ ਜੇ ਤੁਹਾਡੀ ਜਿਹੜੀ ਜੌਬ ਆ ਉਹ ਮਿਨੀਮਮ ਵੇਜ ਰਿਕੁਆਇਰਮੈਂਟ ਆ ਜਿਹੜੀ ਉਹਨੂੰ ਮੀਟ ਕਰਦੀ ਆ। ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਜਦੋਂ ਤੁਸੀਂ ਕਿਤੇ ਵੀ ਜੌਬ ਕਰ ਰਹੇ ਹੋ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਜੌਬ ਕਰੋ ਤਾਂ ਕਿ ਤੁਸੀਂ ਜਿਹੜਾ ਵੀ ਜੌਬ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਇਕੱਠਾ ਕਰਦੇ ਹੋ ਉਹ ਤੁਹਾਡੀ ਪੀਆਰ ਦੇ ਲਈ ਕਾਊਂਟ ਹੋ ਸਕੇ। ਨਾਓ ਕਮਿੰਗ ਟੂ ਦਾ ਨੈਕਸਟ ਪੁਆਇੰਟ, ਉਹ ਹੈਗਾ ਕਿ ਬਹੁਤ ਜ਼ਿਆਦਾ ਹੌਟ ਟੌਪਿਕ ਆ ਇਹ ਵੀ ਕਿ ਜਿਹੜੇ ਲੋਕ ਪੈਸੇ ਨਾਲ ਇੰਪਲੋਇਮੈਂਟ ਅਰੇਂਜ ਕਰਦੇ ਆ। ਤੁਸੀਂ ਵੀ ਸੁਣਿਆ ਹੋਣਾ, ਇਹਨੂੰ ਪਤਾ ਹੈ ਵੀ ਕਿ ਹਾਂ ਜੌਬ ਜਿਹੜੀ ਪੈਸੇ ਲੈ ਕੇ ਅਰੇਂਜ ਕਰਦੇ ਆ ਤੁਹਾਨੂੰ ਉੱਥੇ ਕੰਮ ਵੀ ਨਹੀਂ ਕਰਨਾ ਪੈਂਦਾ ਹੈਗਾ, ਪਰ ਉਹ ਤੁਹਾਡੇ ਤੋਂ ਪੈਸੇ ਲੈ ਲੈਂਦੇ ਆ, ਪੇਰੋਲ ਤੇ ਤੁਹਾਨੂੰ ਰੱਖ ਲੈਂਦੇ ਆ।
ਤੁਹਾਨੂੰ ਉਹ ਪੇ ਚੈੱਕ ਜਿਹੜੇ ਉਹ ਇਸ਼ੂ ਕਰੀ ਜਾਂਦੇ ਤਾਂ ਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਆ ਉਹ ਸ਼ੋ ਹੋ ਸਕੇ। ਇਹ ਵੀ ਇੱਕ ਤਰੀਕਾ ਹੈਗਾ ਜੌਬ ਐਕਸਪੀਰੀਅੰਸ ਸ਼ੋ ਕਰਨ ਦਾ, ਪਰ ਇਹ ਤੁਹਾਡੀ ਚੋਇਸ ਆ, ਤੁਸੀਂ ਸਹੀ ਤਰੀਕੇ ਨਾਲ ਕੰਮ ਕਰਨਾ ਜਾਂ ਤੁਸੀਂ ਸ਼ਾਰਟਕਟ ਲੈ ਕੇ ਜਾਂ ਈਵਨ ਕਿ ਤੁਸੀਂ ਪੈਸੇ ਦੇ ਕੇ ਇਸ ਤਰੀਕੇ ਨਾਲ ਕਰਨਾ। ਸਹੀ ਤਰੀਕੇ ਨਾਲ ਵੀ ਜੌਬ ਜਿਹੜੀ ਆ ਮਿਲਣੀ ਈਜ਼ੀ ਆ ਜੇ ਤੁਸੀਂ ਆਪਦਾ ਖੁਦ ਦਾ ਹਾਰਡ ਵਰਕ ਕਰਦੇ ਹੋ ਤੇ ਤੁਸੀਂ ਇਨੀਸ਼ੀਏਟਿਵ ਲੈਂਦੇ ਹੋ। ਆਪਣੇ 'ਚ ਕੀ ਹੁੰਦਾ ਕਿ ਜਦੋਂ ਆਪਾਂ ਇੱਥੇ ਹੁੰਦੇ ਆ ਆਪਾਂ ਆਪਦੇ ਆਪ ਨੂੰ ਇਨਫੀਰੀਅਰ ਫੀਲ ਕਰਦੇ ਹਾਂ ਕਿ ਅਸੀਂ ਇੰਡੀਆ ਤੋਂ ਆਏ ਹਾਂ, ਪੰਜਾਬ ਤੋਂ ਆਏ ਹਾਂ, ਸਾਨੂੰ ਇੱਥੇ ਜ਼ਿਆਦਾ ਪਤਾ ਨਹੀਂ ਹੈਗਾ, ਅਸੀਂ ਅਪਰੋਚ ਕਰਨ ਤੋਂ ਡਰਦੇ ਹਾਂ, ਜਾਂ ਅਸੀਂ ਇਹ ਸੋਚ ਲੈਂਦੇ ਹਾਂ ਕਿ ਜਿਹੜੇ ਬਾਕੀ ਲੋਕ ਨੇ ਉਹ ਸਾਡੇ ਨਾਲੋਂ ਬੈਟਰ ਨੇ। ਐਵੇਂ ਨਹੀਂ ਹੁੰਦਾ ਹੈਗਾ। ਇੱਥੇ ਵੀ ਜਿਹੜੇ ਲੋਕ ਨੇ ਉਹ ਵੀ ਆਪਣੇ ਵਰਗੇ ਆ। ਉਹ ਇਹ ਆ ਕਿ ਹਾਂ ਉਹਨਾਂ ਦੀ ਇੰਗਲਿਸ਼ ਬੈਟਰ ਹੁੰਦੀ ਹੈ ਕਿਉਂਕਿ ਉਹ ਬਚਪਨ ਤੋਂ ਇੰਗਲਿਸ਼ ਬੋਲਦੇ ਆ ਰਹੇ ਆ। ਆਪਣੀ ਇੰਗਲਿਸ਼ ਜਿਹੜੀ ਆ ਉਹ ਆਪਣੀ ਥਰਡ ਲੈਂਗੁਏਜ ਹੁੰਦੀ ਆ, ਤਾਂ ਕਰਕੇ ਆਪਾਂ ਜਿਹੜਾ ਆਪਦਾ ਕੌਨਫੀਡੈਂਸ ਲੈਵਲ ਆ ਉਹਨੂੰ ਲੋ ਫੀਲ ਕਰਦੇ ਆ ਕਿਉਂਕਿ ਆਪਾਂ ਉਹਨਾਂ ਨੂੰ ਦੇਖਦੇ ਆ ਕਿ ਹਾਂ ਉਹਨਾਂ ਦੀ ਕਮਿਊਨੀਕੇਸ਼ਨ ਵਧੀਆ, ਪਰ ਕੀ ਪਤਾ ਤੁਸੀਂ ਉਹਨਾਂ ਨਾਲੋਂ ਜਿਹੜੇ ਅਦਰ ਸਕਿੱਲਸ ਨੇ ਉਹਨਾਂ ਦੇ ਵਿੱਚ ਬੈਟਰ ਹੋਵੋ। ਮੈਂ ਤੁਹਾਨੂੰ ਇਹ ਗੱਲ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਦੱਸਣਾ ਚਾਹੂੰਗੀ ਕਿ ਕਦੇ ਵੀ ਇਹ ਨਾ ਸੋਚੋ ਕਿ ਜਿਹੜੇ ਦੂਜੇ ਲੋਕ ਨੇ ਉਹ ਤੁਹਾਡੇ ਤੋਂ ਜ਼ਿਆਦਾ ਇੰਟੈਲੀਜੈਂਟ ਨੇ ਜਾਂ ਜ਼ਿਆਦਾ ਸਮਾਰਟ ਨੇ ਸਿਰਫ ਇਹਦੇ ਬੇਸ ਤੇ ਕਿ ਹਾਂ ਉਹਨਾਂ ਦੀਆਂ ਕਮਿਊਨੀਕੇਸ਼ਨ ਸਕਿੱਲਸ ਬੈਟਰ ਨੇ। ਮੈਂ ਆਪਦੇ ਐਕਸਪੀਰੀਅੰਸ ਤੋਂ ਤੁਹਾਨੂੰ ਇਹ ਦੱਸ ਰਹੀ ਹਾਂ। ਮੈਂ ਫਾਰਮੇਸੀ ਮੈਨੇਜਰ ਕੰਮ ਕਰ ਰਹੀ ਹਾਂ, ਤਾਂ ਕਰਕੇ ਮੈਨੂੰ ਪਤਾ ਕਿ ਇੱਧਰਲੇ ਜਿਹੜੇ ਲੋਕ ਨੇ ਉਹਨਾਂ ਦੀ ਮੈਂ ਇੰਟਰਵਿਊ ਵੀ ਕੰਡਕਟ ਕਰਦੀ ਹਾਂ ਜਦੋਂ ਮੈਂ ਕਿਸੇ ਨੂੰ ਹਾਇਰ ਕਰਨਾ ਹੁੰਦਾ। ਤਾਂ ਜਿਹੜਾ ਸਮਾਰਟਨੈਸ ਲੈਵਲ ਆ, ਜਿਹੜਾ ਹਾਰਡ ਵਰਕ ਲੈਵਲ ਆ, ਆਪਣੇ ਜਿਹੜੇ ਇੰਡੀਅਨ ਲੋਕ ਨੇ ਉਹਨਾਂ ਦਾ ਬਹੁਤ ਜ਼ਿਆਦਾ ਹਾਈ ਲੈਵਲ ਤੇ ਹੁੰਦਾ ਕੰਪੈਰੇਬਲੀ ਇੱਧਰਲੇ ਲੋਕ। ਮੈਂ ਇਹ ਨਹੀਂ ਕਹੂੰਗੀ ਕਿ ਉਹ ਸਮਾਰਟ ਨਹੀਂ ਹੁੰਦੇ, ਇਹ ਹੁੰਦਾ ਕਿ ਆਪਾਂ ਆਪਦੇ ਆਪ ਨੂੰ ਇਨਫੀਰੀਅਰ ਨਾ ਫੀਲ ਕਰੀਏ ਸਿਰਫ ਇਹ ਦੇਖ ਕੇ ਕਿ ਹਾਂ ਉਹਨਾਂ ਦੇ ਕਮਿਊਨੀਕੇਸ਼ਨ ਜਿਹੜੀਆਂ ਸਕਿੱਲਸ ਨੇ ਉਹ ਬੈਟਰ ਨੇ। ਆਪਦੇ ਆਪ ਨੂੰ ਪ੍ਰਿਪੇਅਰ ਕਰਕੇ ਅਪਰੋਚ ਅਗਲੇ ਬੰਦੇ ਨੂੰ ਜੱਜ ਕਰਨ 'ਚ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਹੈਗਾ ਕਿ ਇਹ ਬੰਦਾ ਕੌਨਫੀਡੈਂਟ ਨਹੀਂ ਹੈਗਾ। ਤੇ ਜਦੋਂ ਉਹਨਾਂ ਨੇ ਇਹ ਜੱਜ ਕਰ ਲਿਆ ਤਾਂ ਉਹਨਾਂ ਦੀ ਜਿਹੜੀ ਜੌਬ ਤੁਹਾਨੂੰ ਦੇਣ ਦੀ ਪੋਸੀਬਿਲਿਟੀ ਆ ਉਹ ਆਲਮੋਸਟ ਨਿਲ ਹੋ ਜਾਣੀ, ਕਿਉਂਕਿ ਉਹਨਾਂ ਨੂੰ ਇਹ ਹੋਊਗਾ ਕਿ ਜਦ ਇਹ ਖੁਦ ਲਈ ਕੌਨਫੀਡੈਂਟ ਹੀ ਨਹੀਂ ਹੈਗਾ ਤਾਂ ਇਹ ਸਾਡੇ ਲਈ ਵਧੀਆ ਕੰਮ ਕਿਵੇਂ ਕਰ ਸਕਦਾ, ਰਾਈਟ। ਮੇਰੇ ਪਰਸਨਲ ਐਕਸਪੀਰੀਅੰਸ ਤੋਂ ਤੁਹਾਨੂੰ ਇਹ ਐਡਵਾਈਸ ਰਹੂਗੀ ਕਿ ਜਦ ਤੁਸੀਂ ਇੱਕ ਵਾਰ ਕੈਨੇਡਾ 'ਚ ਆ ਜਾਂਦੇ ਹੋ ਕਿਸੇ ਵੀ ਤਰੀਕੇ ਨਾਲ, ਸਟੱਡੀ ਵੀਜ਼ਾ ਤੇ ਆਏ ਜਾਂ ਵਰਕ ਪਰਮਿਟ ਤੇ ਆਏ, ਤੁਹਾਡਾ ਸਭ ਤੋਂ ਪਹਿਲਾ ਜਿਹੜਾ ਟਾਰਗੇਟ ਆ ਉਹ ਇਹ ਹੋਣਾ ਚਾਹੀਦਾ ਕਿ ਮੈਂ PR ਕਿਵੇਂ ਲੈਣੀ ਆ। ਉਹ 'ਤੇ ਫੋਕਸ ਕਰਕੇ ਚੱਲੋ। ਜਦ ਤੋਂ ਤੁਸੀਂ ਕੈਨੇਡਾ ਦੇ ਵਿੱਚ ਐਂਟਰ ਹੋ ਜਾਂਦੇ ਹੋ ਤਾਂ ਤੁਹਾਨੂੰ ਜਦੋਂ ਤੁਹਾਡਾ ਫੋਕਸ ਜਿਹੜਾ ਉਹ ਕਲੀਅਰ ਹੋਊਗਾ, ਕਿਉਂਕਿ ਇੱਕ ਵਾਰ ਜਦੋਂ ਤੁਸੀਂ PR ਲੈ ਲਈ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਆਪਸ਼ਨਸ ਨੇ ਜਿਹੜੀਆਂ ਉਹ ਓਪਨ ਹੋ ਜਾਂਦੀਆਂ ਨੇ। ਤੁਸੀਂ ਜਿਹੜੀ ਜੌਬ ਆ ਉਹ ਵੀ ਕਿਸੇ ਵੀ ਡਿਫਰੈਂਟ ਕਾਈਂਡ ਦੀ ਕਰ ਸਕੋਗੇ। ਤੁਹਾਨੂੰ ਜਿਹੜਾ EMPLOYER ਆ ਉਹਦੇ ਨਾਲ ਵੀ ਸਟਕ ਹੋ ਕੇ ਨਹੀਂ ਰਹਿਣਾ ਪਊਗਾ, ਕਿਉਂਕਿ ਜੇ ਉਹਨਾਂ ਨੇ ਅੰਡਰ ਤੁਸੀਂ LMI ਹੈ ਦੇ ਅੰਡਰ ਫਾਈਲ ਆਈ ਆ ਤਾਂ ਤੁਸੀਂ ਉਹਨਾਂ ਨਾਲ ਸਟਕ ਹੋ ਜਾਂਦੇ ਹੋ। ਤੇ ਜਿਹੜੇ EMPLOYER ਨੇ ਜਦੋਂ ਉਹਨਾਂ ਨੂੰ ਹੁੰਦਾ ਕਿ ਇਹ ਬੰਦਾ ਮੇਰੇ ਤੇ ਡਿਪੈਂਡੈਂਟ ਆ, ਉਹ ਕਾਫੀ ਤਰੀਕੇ ਨਾਲ ਜਿਹੜਾ ਉਹਦੇ ਬੰਦੇ ਦਾ ਅਬਿਊਜ਼ ਕਰਦੇ ਨੇ ਕਿ ਉਹਦੇ 'ਚ ਹੋ ਗਿਆ ਕਿ ਜ਼ਿਆਦਾ ਲੌਂਗ ਆਵਰਸ ਦਿੰਦੇ ਆ, ਡੇ ਆਫਸ ਨਹੀਂ ਦੇਣੇ, ਅਪਰੂਵ ਨਹੀਂ ਕਰਨੇ ਜਾਂ ਬੈਨੀਫਿਟਸ ਨਹੀਂ ਦੇਣੇ। ਤਾਂ ਜਦੋਂ ਤੁਸੀਂ ਇੱਕ ਵਾਰ PR ਲੈ ਲਈ ਤਾਂ ਜਿਹੜੇ ਤੁਹਾਡਾ ਕੰਟਰੋਲ ਆ ਜਿਹੜਾ ਜੌਬ ਕਰਨ ਦਾ ਉਹ ਤੁਹਾਡੇ ਹੱਥ 'ਚ ਆ ਜਾਂਦਾ ਕਿ ਕਿਸ ਟਾਈਪ ਦੀ ਜੌਬ ਮੈਂ ਕਰਨੀ ਆ, ਕਿਹੜੇ EMPLOYER ਲਈ ਮੈਂ ਕੰਮ ਕਰਨਾ ਜਾਂ ਕਿਹੜੇ ਲਈ ਨਹੀਂ ਕਰਨਾ। ਤਾਂ ਜਦੋਂ ਤੁਸੀਂ ਇੱਕ ਵਾਰ ਇੱਥੇ ਆ ਗਏ, ਜਦੋਂ ਤੁਸੀਂ ਸਟੱਡੀ ਵੀ ਕਰ ਰਹੇ ਹੋ ਤਾਂ ਤੁਹਾਡਾ ਜਿਹੜਾ ਟਾਰਗੇਟ ਆ ਉਹ ਇਹ ਹੋਣਾ ਚਾਹੀਦਾ ਕਿ ਜਦੋਂ ਹੀ ਮੇਰੀ ਜਿਹੜੀ ਸਟੱਡੀ ਆ ਉਹ ਫਿਨਿਸ਼ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਮੈਂ ਜਿਹੜੀ ਜੌਬ ਆ ਉਹ ਮੈਂ ਕਿੱਥੇ ਲੱਗ ਸਕਦੀ ਆ। ਉਹ ਜਿਹੜੀਆਂ ਆਪਸ਼ਨਸ ਨੇ ਜੋ ਤੁਸੀਂ ਪਹਿਲਾਂ ਹੀ ਐਕਸਪਲੋਰ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਹਾਨੂੰ ਜਿਹੜੀ ਜੌਬ ਲੱਭਣੀ ਹੈ, ਜਦੋਂ ਤੁਹਾਡੀ ਸਟੱਡੀ ਪੂਰੀ ਹੋਣੀ ਹੈ ਤਾਂ ਤੁਹਾਡੀ ਜਿਹੜੀ ਜੌਬ ਆ ਉਹ ਬਹੁਤ ਜ਼ਿਆਦਾ ਈਜ਼ੀ ਹੋ ਜਾਣੀ ਆ। ਜਿੰਨਾ ਈਜ਼ੀਲੀ ਤੇ ਜਿੰਨਾ ਜਲਦੀ ਤੁਹਾਨੂੰ ਜਿਹੜੀ ਤੁਹਾਡੀ ਜੌਬ ਮਿਲੂਗੀ ਓਨਾ ਹੀ ਜਲਦੀ ਓਨਾ ਹੀ ਈਜ਼ੀਲੀ ਤੁਸੀਂ ਜਿਹੜਾ ਆਪਦਾ ਐਕਸਪੀਰੀਅੰਸ ਆ ਉਹ ਇਕੱਠਾ ਕਰਕੇ ਓਨਾ ਹੀ ਜਲਦੀ ਤੁਸੀਂ ਜਿਹੜੀ ਆਪਦੀ PR ਦੀ ਜਿਹੜੀ ਫਾਈਲ ਆ ਉਹ ਲਾ ਸਕਦੇ ਹੋ। ਕਿਉਂਕਿ ਕਦੇ ਵੀ ਇਹ ਨਹੀਂ ਪਤਾ ਹੁੰਦਾ ਕਿ ਇਹਨਾਂ ਨੇ ਕਦੋਂ ਕਿਹੜੇ ਜਿਹੜੇ ਰੂਲ ਨੇ ਉਹ ਚੇਂਜ ਕਰ ਦੇਣੇ ਆ। ਜਦੋਂ ਮੈਂ ਆਈ ਸੀ ਉਦੋਂ ਪਹਿਲਾਂ ਜਿਹੜੀ ਫਾਈਲ ਲੱਗਦੀ ਹੁੰਦੀ ਸੀ ਉਹ ਡਿਫਰੈਂਟ ਤਰੀਕੇ ਨਾਲ ਲੱਗਦੀ ਹੁੰਦੀ ਸੀ। ਉਦੋਂ ਐਕਸਪ੍ਰੈਸ ਐਂਟਰੀ ਨਹੀਂ ਹੁੰਦੀ ਸੀ। ਐਕਸਪ੍ਰੈਸ ਐਂਟਰੀ ਇਹਨਾਂ ਨੇ 2015 'ਚ ਸ਼ੁਰੂ ਕੀਤੀ ਆ। ਪਹਿਲਾਂ ਜਿਹੜੇ ਲੋਕਾਂ ਨੇ ਫਾਈਲ ਲਾਈ ਸੀ ਉਹਨਾਂ ਸਾਰਿਆਂ ਦੀਆਂ ਫਾਈਲਾਂ ਜਿਹੜੀਆਂ ਵਾਪਸ ਭੇਜਤੀਆਂ ਸੀ ਇਹਨਾਂ ਨੇ ਕਿ ਦੁਬਾਰਾ ਐਕਸਪ੍ਰੈਸ ਐਂਟਰੀ ਦੇ ਅੰਦਰ ਲਾਓ। ਪਹਿਲਾਂ ਲੱਗਦੀ ਹੁੰਦੀ ਸੀਗੀ ਕਿ ਤੁਸੀਂ ਸਾਲ ਦਾ ਐਕਸਪੀਰੀਅੰਸ ਇਕੱਠਾ ਕੀਤਾ, ਤੁਸੀਂ ਆਪਣੀ ਫਾਈਲ ਸੈਂਡ ਕਰਤੀ। ਉਦੋਂ ਕੋਈ ਪੂਲ ਵਗੈਰਾ ਨਹੀਂ ਹੁੰਦਾ ਸੀ ਤੇ ਉਹਨਾਂ ਨੇ ਪ੍ਰੋਸੈਸਿੰਗ ਟਾਈਮ ਜ਼ਿਆਦਾ ਹੁੰਦਾ ਸੀਗਾ ਉਦੋਂ, ਪਰ ਤੁਹਾਨੂੰ ਇਹ ਨਹੀਂ ਹੁੰਦਾ ਸੀ ਕਿ ਹਾਂ ਤੁਹਾਨੂੰ ਐਜ਼ ਅ ਲੱਕੀ ਡਰਾ ਤੁਹਾਡਾ ਜਿਹੜਾ ਨੰਬਰ ਆ ਉਹ ਨਿਕਲੂਗਾ ਬੇਸਡ ਔਨ ਦਾ ਪੁਆਇੰਟਸ। ਤਾਂ ਕਰਕੇ ਕੁਝ ਨਹੀਂ ਇਹਨਾਂ ਦਾ ਪਤਾ ਹੁੰਦਾ ਕਿ ਕਦੋਂ ਇਹ ਜਿਹੜੇ ਇਮੀਗ੍ਰੇਸ਼ਨ ਰੂਲਸ ਨੇ ਉਹਨਾਂ ਨੂੰ ਚੇਂਜ ਕਰ ਦੇਣ। ਤਾਂ ਬੈਟਰ ਇਹ ਹੁੰਦਾ ਕਿ ਇੱਕ ਵਾਰ ਆਪਣੀ PR ਲੈ ਲਓ, ਉਹ ਤੋਂ ਬਾਅਦ ਤੁਸੀਂ ਜਿਹੜਾ ਫ੍ਰੀ ਮਾਈਂਡ ਹੋ ਜਾਓਗੇ। ਤਾਂ ਜੇ ਤੁਸੀਂ ਸ਼ੁਰੂ ਤੋਂ ਇਹ ਫੋਕਸ ਤੇ ਰਹਿੰਦੇ ਹੋ ਨਾ ਕਿ ਹਾਂ ਮੇਰਾ ਜਿਹੜਾ ਟਾਰਗੇਟ ਆ ਉਹ ਇਹ ਆ ਕਿ ਮੈਂ ਪਹਿਲਾਂ PR ਲੈਣੀ ਹੈ ਇੱਥੇ ਆ ਕੇ, ਤਾਂ ਤੁਸੀਂ ਜਿਹੜਾ ਕਲੈਰਿਟੀ ਨਾਲ ਚੱਲਦੇ ਹੋ ਤਾਂ ਜਿਹੜਾ ਤੁਸੀਂ ਨੈਕਸਟ ਸਟੈਪ ਲੈਣਾ ਹਰੇਕ ਸਮੈਸਟਰ ਤੋਂ ਬਾਅਦ, ਹਰੇਕ ਕੋਰਸ ਤੋਂ ਬਾਅਦ, ਤਾਂ ਥੋੜਾ ਉਹ ਕਲੀਅਰ ਹੋ ਜਾਂਦਾ ਕਿ ਇਹ ਸਟੈਪ ਤੋਂ ਬਾਅਦ ਜੇ ਮੈਂ ਇਹ ਵਾਲੇ ਕੋਰਸਿਸ ਪਹਿਲਾਂ ਕਰੂੰਗੀ ਤਾਂ ਮੈਂ ਇਹ ਵਾਲੀ ਜਿਹੜਾ ਏਰੀਆ ਉਹਨੂੰ ਐਕਸਪਲੋਰ ਕਰ ਸਕਦੀ ਹਾਂ। ਤਾਂ ਉਹ ਜੇ ਤੁਸੀਂ ਪਹਿਲਾਂ ਹੀ ਫੁੱਲੀ ਪ੍ਰਿਪੇਅਰਡ ਕਰਕੇ ਫੋਕਸ ਹੋ ਕੇ ਚੱਲੋਗੇ ਨਾ ਤਾਂ ਤੁਹਾਡਾ ਜਿਹੜਾ ਪ੍ਰੋਸੈਸ ਆ PR ਦਾ ਉਹ ਬਹੁਤ ਈਜ਼ੀ ਹੋ ਜਾਂਦਾ ਤੇ ਪਹਿਲਾਂ ਹੋ ਜਾਂਦਾ। ਇਹ ਨਹੀਂ ਹੈਗਾ ਕਿ ਤੁਸੀਂ ਇੱਕੋ ਹੀ ਆਪਸ਼ਨ ਨਾਲ ਸਟਿਕ ਕਰਕੇ ਰਹੋ ਕਿ ਬਾਕੀ ਸਾਰੇ ਐਵੇਂ ਕਰ ਰਹੇ ਆ ਤਾਂ ਮੈਂ ਵੀ ਇਸੇ ਆਪਸ਼ਨ 'ਚ ਜਾਣਾ। ਜਿਵੇਂ ਕਿ ਪਹਿਲਾਂ ਮੈਂ ਦੱਸਿਆ ਬਾਇਓਟੈਕ ਵਾਲਾ ਕੋਰਸ ਕਰਕੇ ਬਾਇਓਟੈਕ
ਇੰਡਸਟਰੀ ਦੇ ਵਿੱਚ ਜੌਬ ਕਰਕੇ ਵੀ ਪੀਆਰ ਲੱਗ ਸਕਦੀ ਹੈ, ਪਰ ਜੇ ਤੁਸੀਂ ਬੈਚਲਰਸ ਕੀਤੀ ਹੋਈ ਹੈ ਤਾਂ ਤੁਸੀਂ ਜਿਹੜੀ ਆਪਣੀ ਬੈਚਲਰ ਆ ਉਹਨੂੰ ਵੀ ਐਕਸਪਲੋਰ ਕਰ ਸਕਦੇ ਹੋ, ਉਹਨੂੰ ਇਵੈਲੂਏਟ ਕਰਾ ਸਕਦੇ ਹੋ, ਉਹਦੇ ਪੁਆਇੰਟਸ ਯੂਜ਼ ਕਰ ਸਕਦੇ ਹੋ, ਜਾਂ ਕਿਸੇ ਵੀ ਤਰੀਕੇ ਨਾਲ ਉਹਦੇ ਵਿੱਚ ਜਿਹੜੀ ਤੁਹਾਡੀ ਜੌਬ ਆ ਉਹ ਲੈ ਕੇ ਉਹਦੇ ਨਾਲ ਵੀ ਤੁਸੀਂ ਐਕਸਪੀਰੀਅੰਸ ਇਕੱਠਾ ਕਰਕੇ ਪੀਆਰ ਲਾ ਸਕਦੇ ਹੋ। ਆਪਣੇ ਦਿਮਾਗ ਨੂੰ ਓਪਨ ਮਾਈਂਡ ਰੱਖਣਾ ਕਿ ਕਿਹੜੀ ਜਿਹੜੀ ਆਪਸ਼ਨ ਆ ਉਹ ਮੇਰੇ ਪਰਸਨਲ ਐਕਸਪੀਰੀਅੰਸ ਜਾਂ ਮੇਰੀ ਪਰਸਨਲ ਜਿਹੜੀ ਸਟੱਡੀ ਆ ਉਹਦੇ ਲਈ ਸਭ ਤੋਂ ਮੈਨੂੰ ਈਜ਼ੀਲੀ ਪੀਆਰ ਦਵਾ ਸਕਦੀ ਆ। ਜੇ ਤੁਸੀਂ ਓਪਨ ਮਾਈਂਡ ਇਦਾਂ ਹੋ ਕੇ ਚੱਲੋਗੇ, ਸਾਰੀਆਂ ਆਪਸ਼ਨਸ ਆਪਣੇ ਅੱਗੇ ਖੁੱਲੀਆਂ ਕਰਕੇ ਰੱਖੋਗੇ, ਤਾਂ ਤੁਹਾਡਾ ਜਿਹੜਾ ਪ੍ਰੋਸੈਸ ਆ ਪੀਆਰ ਲੈਣ ਦਾ ਉਹ ਕਾਫੀ ਸਰਲ ਹੋ ਜਾਂਦਾ, ਕਾਫੀ ਈਜ਼ੀ ਹੋ ਜਾਂਦਾ, ਤੇ ਉਹਦੇ ਨਾਲ ਤੁਹਾਨੂੰ ਹੋਰ ਵੀ ਜ਼ਿਆਦਾ ਕੌਨਫੀਡੈਂਸ ਆ ਜਾਂਦਾ ਕਿ ਜਦ ਮੈਂ ਇਹ ਸਟੈਪ ਕਰ ਲਿਆ ਤਾਂ ਅੱਗੇ ਮੈਂ ਹੋਰ ਜਿਹੜੇ ਆਪਣੇ ਲਾਈਫ ਦੇ ਗੋਲਸ ਨੇ ਉਹ ਵੀ ਈਜ਼ੀਲੀ ਅਚੀਵ ਕਰ ਸਕਦੇ ਹਾਂ। ਕਿਉਂਕਿ ਨੋ ਮੈਟਰ ਵਾਟ ਜਦੋਂ ਵੀ ਆਪਾਂ ਕੈਨੇਡਾ 'ਚ ਆਉਂਦੇ ਹਾਂ, ਆਪਣਾ ਇਹੀ ਹੁੰਦਾ ਡ੍ਰੀਮ ਕਿ ਹਾਂ ਅਸੀਂ ਉੱਥੇ ਪੱਕੇ ਹੋ ਜਾਣਾ, ਉੱਥੇ ਸੈਟਲ ਹੋ ਜਾਣਾ, ਰਾਈਟ। ਤਾਂ ਜੇ ਆਪਦਾ ਫੋਕਸ ਕਰਕੇ ਪਲੈਨਿੰਗ ਕਰਕੇ ਚੱਲੋਗੇ ਤਾਂ ਜਿਹੜਾ ਪੀਆਰ ਦਾ ਪ੍ਰੋਸੈਸ ਆ ਉਹ ਤੁਹਾਡਾ ਈਜ਼ੀ ਹੋਊਗਾ ਤੇ ਸਟ੍ਰੈਸ ਫ੍ਰੀ ਹੋਊਗਾ। ਕਿਉਂਕਿ ਜਿਉਂ-ਜਿਉਂ ਤੁਹਾਡਾ ਜਿਹੜਾ ਵਰਕ ਪਰਮਿਟ ਦਾ ਟਾਈਮ ਜਿਹੜਾ ਨਿਕਲਦਾ ਜਾਂਦਾ, ਉਨਾ ਹੀ ਤੁਹਾਡੇ ਦਿਮਾਗ ਤੇ ਜਿਹੜੀ ਸਟ੍ਰੈਸ ਆ ਉਹ ਹੋਰ ਜ਼ਿਆਦਾ ਵੱਧਦੀ ਜਾਂਦੀ ਆ। ਉਹਦੇ ਕਰਕੇ ਇਹ ਆ ਕਿ ਜੇ ਤੁਸੀਂ ਪਹਿਲਾਂ ਹੀ ਆਪਦਾ ਪਲੈਨਿੰਗ ਕਰਕੇ ਰੱਖੀ, ਪਹਿਲਾਂ ਆਪਦਾ ਐਕਸਪੀਰੀਅੰਸ ਕਰ ਲਿਆ, ਤਾਂ ਜਿਹੜੀ ਉਹ ਸਾਰੀ ਸਟ੍ਰੈਸ ਆ ਓਵਰਆਲ ਉਹ ਤੋਂ ਤੁਸੀਂ ਬਚ ਜਾਂਦੇ ਹੋ, ਰਾਈਟ। ਤੇ ਉੱਪਰੋਂ ਇਹ ਵੀ ਹੁੰਦਾ ਕਿ ਸਟ੍ਰੈਸ ਕੱਲੀ ਤੁਹਾਡੇ ਤੇ ਨਹੀਂ ਹੁੰਦੀ ਤੁਹਾਡੇ ਪੇਰੈਂਟਸ ਤੇ ਵੀ ਹੁੰਦੀ ਆ। ਕਿਉਂਕਿ ਜਿਹੜੇ ਲੋਕ ਹੁੰਦੇ ਆ, ਰਿਸ਼ਤੇਦਾਰ ਹੁੰਦੇ ਆ, ਉਹ ਇਹੀ ਕਹੀ ਜਾਂਦੇ ਹੁੰਦੇ ਆ ਕਿ ਉਹਨਾਂ ਦਾ ਮੁੰਡਾ ਗਿਆ ਸੀ, ਉਹਨੂੰ ਤਾਂ ਜੀ ਪੀਆਰ ਮਿਲ ਗਈ, ਉਹਨਾਂ ਦੀ ਕੁੜੀ ਗਈ ਸੀ ਤਾਂ ਤੁਹਾਡੀ ਕੁੜੀ ਤੋਂ ਬਾਅਦ ਚ ਗਈ ਸੀ, ਉਹਨੂੰ ਤਾਂ ਜੀ ਪੀਆਰ ਮਿਲ ਗਈ, ਤੁਹਾਡੀ ਕੁੜੀ ਨਹੀਂ ਪੀਆਰ ਹੋਈ ਹਲੇ। ਇਹ ਸਭ ਗੱਲਾਂ ਉਹ ਪੇਰੈਂਟਸ ਨੂੰ ਕਹਿ ਕੇ ਪੇਰੈਂਟਸ ਤੇ ਸਟ੍ਰੈਸ ਪਾਈ ਜਾਂਦੇ ਆ, ਤੇ ਪੇਰੈਂਟਸ ਤੁਹਾਨੂੰ ਕਹਿੰਦੇ ਆ ਕਿ ਹਾਂ ਤੁਹਾਡੀ ਪੀਆਰ ਨਹੀਂ ਹੋਈ, ਉਹਨਾਂ ਦੀ ਹੋ ਗਈ, ਤਾਂ ਉਹਦੇ ਨਾਲ ਤੁਹਾਡੇ ਤੇ ਹੋਰ ਸਟ੍ਰੈਸ ਪਾਦੀ ਆ। ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਿ ਸਭ ਤੋਂ ਪਹਿਲਾਂ ਟਾਰਗੇਟ ਆਪਦਾ ਪੀਆਰ ਦਾ ਰੱਖੋ। ਜਿਉਂ ਹੀ ਤੁਸੀਂ ਕੈਨੇਡਾ 'ਚ ਆਉਂਦੇ ਹੋ, ਇੱਕ ਵਾਰ ਜੋ ਤੁਸੀਂ ਕਲੀਅਰ ਕਰਕੇ ਗੋਲ ਨੂੰ ਚੱਲੋਗੇ, ਤੁਹਾਡਾ ਪ੍ਰੋਸੈਸ ਵੀ ਈਜ਼ੀ ਰਹੂਗਾ ਤੇ ਤੁਸੀਂ ਸਟ੍ਰੈਸ ਫਰੀ ਵੀ ਰਹੋਗੇ। ਇਹਦੇ ਨਾਲ ਮੇਰੇ ਵੱਲੋਂ ਜੀ ਤੁਹਾਨੂੰ ਬੈਸਟ ਆਫ ਲੱਕ ਤੁਹਾਡੇ ਪੀਆਰ ਪ੍ਰੋਸੈਸ ਦੇ ਲਈ। ਤੇ ਆਪਾਂ ਨੈਕਸਟ ਵੀਡੀਓ 'ਚ ਮਿਲਦੇ ਹਾਂ। ਜੇ ਵੀਡੀਓ 'ਚ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਫਰੈਂਡਸ ਤੇ ਫੈਮਿਲੀ ਨਾਲ ਸ਼ੇਅਰ ਵੀ ਕਰਿਓ, ਤੇ ਆਪਾਂ ਨੈਕਸਟ ਵੀਡੀਓ 'ਚ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।